Aqui no aqui. ਦਿੱਲੀ ਕਿਸੇ ਨਿੱਜੀ ਕੰਮ ਦੇ ਨਾਲ ਗਏ ਸੀ? ਤਰੀਕ ਦੇ ਰਿਗਾਰਡਿੰਗ ਵੀ ਉਹ ਦਿੱਲੀ ਵਿੱਚ ਵਿਖੇ ਸੀਗੇ, ਗੱਲਬਾਤ ਮੁਲਾਕਾਤ ਕਰਨ ਦੇ ਰਿਗਾਰਡਿੰਗ ਸੀਗੇ। ਔਰ ਮਾਂ ਨੂੰ ਕਿਹਨੇ ਦੱਸਿਆ ਕਿ ਪੁੱਤਰ ਨਹੀਂ ਰਿਹਾ ਇਸ ਦੁਨੀਆ ਦੇ ਵਿੱਚ? ਕਿਵੇਂ ਦੱਸਿਆ? ਤਾਂ ਇਸ ਮਾਹੌਲ ਦੇ ਵਿੱਚ ਕਿੱਥੇ ਠੀਕ ਹੁੰਦੀ ਹੈ ਮਾਂ ਜਵਾਨ ਪੁੱਤ ਦੀ ਅਰਥੀ ਨੂੰ ਦੇਖਣਾ ਔਰ ਐਡਾ ਵੱਡਾ ਜੋ ਟ੍ਰੈਜੇਡੀ ਹੋਈ ਹੈ ਉਸ ਸਭ ਤੋਂ ਵੱਡਾ ਦੁਨੀਆ ਦਾ ਦੁੱਖ ਹੁੰਦਾ ਜਵਾਨ ਪੁੱਤ ਦਾ ਮਰਨਾ। ਸਾਨੂੰ ਪਤਾ ਹੈ ਜੀ, ਮੇਰੇ ਮਾਤਾ ਜੀ ਨੂੰ ਪਤਾ ਹੈ ਵੀ ਕਿਵੇਂ ਔਖੀ ਤਰ੍ਹਾਂ ਹੋ ਕੇ ਇਸ ਪੁੱਤਰ ਨੂੰ ਪਾਲਿਆ ਸੀ। Aqui no aqui. ਕਦੋਂ ਗੱਲ ਹੋਈ ਸੀ ਤੁਹਾਡੀ ਆਖਰੀ ਵਾਰ? ਕੱਲ ਜੀ ਅਰਾਊਂਡ, ਕਿਉਂਕਿ ਪਤਾ ਤਾਂ ਕਿਸੇ ਨੂੰ ਨਹੀਂ ਸੀ ਵੀ ਇਹ ਪਾਣਾ ਵਰਤਣਾ ਹੈ। ਕੱਲ ਮੇਰੇ ਮਦਰ ਦੀ ਉਹਨਾਂ ਨਾਲ ਅਰਾਊਂਡ 11:47 ਤੇ ਸੁਬਾਹ ਗੱਲ ਹੋਈ ਸੀ। ਹਰ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਕਿ ਕੋਈ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੁੰਦਾ ਸੀ, ਕੁਝ ਨਹੀਂ ਸਹਿਮਤ ਹੁੰਦਾ ਸੀ, ਉਹ ਆਪਣੀ ਰਾਏ ਸੀ। ਬਟ ਜਿੱਥੋਂ ਤੱਕ ਪਰਿਵਾਰ ਦੀ ਗੱਲ ਹੈ, ਪਰਿਵਾਰ ਨੇ ਹਮੇਸ਼ਾ ਬਾਈ ਦਾ ਸਾਥ ਦਿੱਤਾ ਸੀ ਤੇ ਡਟ ਕੇ ਚੱਟਾਨ ਵਾਂਗ ਖੜਾ ਰਿਹਾ ਪਰਿਵਾਰ। ਮਨਦੀਪ ਸਿੱਧੂ ਇਸ ਵੇਲੇ ਦਿੱਲੀ? ਹਾਂਜੀ, ਮਨਦੀਪ ਸਿੱਧੂ ਤੇ ਦੀਪ ਬਾਈ ਦੇ ਸਾਡੀ ਵੱਡੀ ਮਾਸੀ ਜੀ ਦੇ ਬੇਟੇ ਗੁਰਸਿਮਰਨ ਗਿੱਲ, ਉਹ ਰਾਤ ਹੀ ਦਿੱਲੀ ਪਹੁੰਚ ਚੁੱਕੇ ਸਨ। ਜਦੋਂ ਜੇਲ੍ਹ ਵਿੱਚੋਂ ਬਾਹਰ ਆਏ ਸੀ, ਠੀਕ ਹੈ, ਪੂਰੇ ਮੈਂ ਕਹਿੰਦਾ ਪੰਜਾਬ ਨੇ ਜਸ਼ਨ ਮਨਾਇਆ ਸੀ। ਇੱਕ ਰੋਲ ਮਾਡਲ ਸੀਗੇ, ਠੀਕ ਹੈ, ਸਾਡੇ ਧਰਮ ਲਈ, ਨੌਜਵਾਨਾਂ ਲਈ, ਸਭ ਲਈ ਉਹ ਰੋਲ ਮਾਡਲ ਸਨ। ਮੈਂ ਕਹਿੰਦਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ, ਪੂਰੇ ਦੇਸ਼ ਵਿੱਚ ਵਸਦੇ ਪੰਜਾਬੀ ਬੱਚਾ ਅੱਜ ਉਹ ਇਹ ਦੁੱਖ ਮੰਨਣ ਨੂੰ ਤਿਆਰ ਨਹੀਂ ਹੈ। ਸੰਸਕਾਰ ਇੱਥੇ ਹੋਏਗਾ ਜਾਂ ਜੱਦੀ ਪਿੰਡ ਦੇ ਵਿੱਚ? ਦੇਖੋ ਜੀ, ਹੁਣ ਤੱਕ ਤਾਂ ਜੋ ਅਸੀਂ ਪਤਾ ਲੱਗਿਆ ਵੀ ਸੰਸਕਾਰ ਇੱਥੇ ਤਰੀਕੇ ਵਿਖੇ ਹੀ ਹੋਣਾ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਔਰ ਅਦਾਕਾਰ ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਲੁਧਿਆਣਾ ਸਥਿਤ ਉਹਨਾਂ ਦਾ ਘਰ ਔਰ ਘਰ ਦੇ ਵਿੱਚ ਇਸ ਵੇਲੇ ਮਾਤਮ ਪਸਰਿਆ ਹੋਇਆ ਹੈ ਔਰ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਜ਼ਾਹਰ ਜੀ ਗੱਲ ਹੈ ਕਿ ਆਉਣਗੀ। ਔਰ ਜਵਾਨ ਪੁੱਤ ਦਾ ਇਸ ਤਰ੍ਹਾਂ ਤੁਰ ਜਾਣਾ। ਦੀਪ ਸਿੱਧੂ ਦੀ ਮਾਤਾ ਜੀ, ਉਹਨਾਂ ਦਾ ਵੱਡਾ ਭਰਾ ਮਨਦੀਪ ਸਿੱਧੂ ਇਸੇ ਘਰ ਦੇ ਵਿੱਚ ਰਹਿੰਦੇ ਨੇ ਔਰ ਫਿਲਹਾਲ ਮਨਦੀਪ ਸਿੱਧੂ ਕਿਉਂਕਿ ਦਿੱਲੀ ਗਏ ਹੋਏ ਨੇ, तमाम रिश्तेदार दोस्त साथी मित्र घरे पहुँच रहे ने अफसोस ਜ਼ਾਹਰ ਕਰਨ ਦੇ ਲਈ। ਔਰ ਹਰ ਇੱਕ ਦੀਆਂ ਅੱਖਾਂ ਨਮ ਨੇ ਔਰ ਨਮ ਅੱਖਾਂ ਦੇ ਨਾਲ ਇਸ ਭਾਣੇ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਇਕੱਠ ਹੋਇਆ ਹੈ, ਇਹ ਪਰਿਵਾਰ ਇਕੱਠਾ ਹੋਇਆ ਹੈ
ਸੋਚਿਆ ਨਹੀਂ ਹੋਣਾ ਉਹਨਾਂ ਨੇ ਕਿ ਇਸ ਤਰ੍ਹਾਂ ਇਕੱਠੇ ਹੋਣਾ ਪੈਣਾ। ਔਰ 20 ਤਰੀਕ ਨੂੰ ਘਰ ਦੇ ਵਿੱਚ ਇੱਕ ਫੰਕਸ਼ਨ ਸੀਗਾ ਤਾਂ ਪਰਿਵਾਰ ਨੇ ਇਕੱਠੇ ਹੋਣਾ ਸੀ 20 ਤਰੀਕ ਨੂੰ। ਪਰ ਇਸ ਤਰ੍ਹਾਂ ਉਸ ਤੋਂ ਪਹਿਲਾਂ ਮਾਤਮ ਪਸਰੇਗਾ ਘਰ ਦੇ ਵਿੱਚ, ਕੋਈ ਸੋਚ ਵੀ ਨਹੀਂ ਸਕਦਾ ਸੀ। ਔਰ ਆਪਣੇ ਘਰ ਨੂੰ ਸੁੰਨਾ ਕਰ ਗਏ ਨੇ ਦੀਪ ਸਿੱਧੂ। ਅਦਾਕਾਰ ਔਰ ਕਿਸਾਨੀ ਸੰਘਰਸ਼ ਦੇ ਦੌਰਾਨ ਬਹੁਤ ਹੀ ਸਰਗਰਮ ਰਹੇ ਨੇ ਦੀਪ ਸਿੱਧੂ। ਸਮਾਜਿਕ ਕਾਰਕੁਨ ਦੀਪ ਸਿੱਧੂ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦੇਣ ਦੇ ਲਈ ਇੱਥੇ ਪਰਿਵਾਰ, ਰਿਸ਼ਤੇਦਾਰ, ਦੋਸਤ ਮਿੱਤਰ, ਉਹਨਾਂ ਦੇ ਸਾਥੀ, ਉਹਨਾਂ ਦੇ ਸਮਰਥਕ ਇਕੱਠੇ ਹੋਏ ਨੇ। ਔਰ ਸਵੇਰ ਦੇ ਸਮੇਂ ਦੀਆਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਔਰ ਆ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰਿਸ਼ਤੇਦਾਰ ਆ ਰਹੇ ਨੇ ਔਰ ਅੱਖਾਂ ਦੇ ਵਿੱਚ ਹੰਝੂ ਨੇ, ਅੱਖਾਂ ਦੇ ਵਿੱਚ ਇਹ ਹੰਝੂ ਔਰ ਦੁੱਖਾਂ ਦਾ ਜੋ ਪਹਾੜ ਟੁੱਟਿਆ ਪਰਿਵਾਰ ਦੇ ਉੱਤੇ। ਔਰ ਪਰਿਵਾਰ ਇੰਨੀ ਜਲਦੀ ਐਕਸੈਪਟ ਨਹੀਂ ਕਰ ਪਾਉਂਦਾ ਜੋ ਅੱਜ ਹੋਇਆ, ਜੋ ਕੱਲ ਸੜਕੀ ਹਾਦਸੇ ਦੇ ਵਿੱਚ ਦੀਪ ਸਿੱਧੂ ਦੀ ਜਾਨ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਉਹਨਾਂ ਦੀ ਮਾਸੀ ਅੰਦਰ, ਹੋਰ ਰਿਸ਼ਤੇਦਾਰ ਨੇ। ਤਾਂ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਸੋਗ ਔਰ ਇਹ ਮੌਕਾ ਠੀਕ ਨਹੀਂ ਹੈ ਪਰਿਵਾਰ ਦੇ ਕਿਸੇ ਵੀ ਜੀਅ ਤੋਂ ਸਵਾਲ ਕਰਨ ਦਾ। ਪਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੀਪ ਸਿੱਧੂ ਦੇ ਘਰ ਦੀਆਂ। ਇਹ ਤਸਵੀਰਾਂ ਨੇ। ਤੁਸੀਂ ਮਾਸੀ ਦੇ ਬੇਟੇ ਹੋ? ਹਾਂਜੀ, ਮੈਂ ਦੀਪ ਦਾ ਕਜ਼ਨ ਹਾਂ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮੋਲਕ ਹੈ ਜੀ। ਕਦੋਂ ਗੱਲ ਹੋਈ ਸੀ ਤੁਹਾਡੀ ਆਖਰੀ ਵਾਰ ਦੀ? ਕੱਲ ਜੀ ਅਰਾਊਂਡ, ਕਿਉਂਕਿ ਪਤਾ ਤਾਂ ਕਿਸੇ ਨੂੰ ਨਹੀਂ ਸੀ ਵੀ ਇਹ ਪਾਣਾ ਵਰਤਣਾ ਹੈ। ਕੱਲ ਮੇਰੇ ਮਦਰ ਦੀ ਉਹਨਾਂ ਨਾਲ ਅਰਾਊਂਡ 11:47 ਤੇ ਸਵੇਰ ਗੱਲ ਹੋਈ ਸੀਗੀ। ਜਸਟ ਕੈਜੂਅਲ ਇੱਕ ਗੱਲ ਹੋਈ ਸੀ ਉਹਨਾਂ ਨਾਲ। ਕੀ ਗੱਲ ਹੋਈ ਸੀ ਉਹਨਾਂ ਨਾਲ? ਐਕਚੁਅਲੀ ਜਿਵੇਂ ਕਿ ਮਾਹੌਲ ਪੰਜਾਬ ਵਿੱਚ ਇਲੈਕਸ਼ਨਸ ਦਾ ਜਸਟ ਨਾਰਮਲ ਟਾਕ ਹੋਈ ਸੀ ਤੇ ਕੁਝ ਦਿਨ ਬਾਅਦ ਸਾਡੇ ਇੱਕ ਰਿਸ਼ਤੇਦਾਰੀ ਵਿੱਚ ਫੈਮਿਲੀ ਫੰਕਸ਼ਨ ਸੀ, ਥੋੜੀ ਉਸ ਰਿਗਾਰਡਿੰਗ ਗੱਲ ਹੋਈ ਸੀ। ਉੱਥੇ ਇਕੱਠੇ ਹੋਣਾ ਸੀ ਸਾਰੇ ਪਰਿਵਾਰ? ਹਾਂਜੀ, ਜਿਵੇਂ ਔਰ ਅੱਜ ਇੱਦਾਂ ਇਕੱਠੇ ਹੋਣਗੇ ਸ਼ਾਇਦ ਸੋਚਿਆ ਨਹੀਂ ਜੀ, ਬਿਲਕੁਲ। ਦੇਖੋ, ਪਰਮਾਤਮਾ ਦੇ ਹੱਥ ਸਭ ਕੁਝ ਹੈ ਜੀ। ਕਦੇ ਸੋਚਿਆ ਨਹੀਂ ਸੀ ਵੀ ਇਕੱਠੇ ਤਾਂ ਦੇਖੋ ਅਸੀਂ ਹੋਣਾ ਸੀ, ਖੁਸ਼ੀ ਦੇ ਮੌਕੇ 'ਤੇ ਇਕੱਠੇ ਹੋਣਾ ਸੀ। ਬਟ ਪਰਮਾਤਮਾ ਦੇ ਰੰਗ ਨੇ ਜੀ, ਪਤਾ ਨਹੀਂ ਸੀ ਵੀ ਇਸ ਤਰ੍ਹਾਂ ਇਕੱਠੇ ਹੋਵਾਂਗੇ ਤੇ ਬਾਈ ਦੇ ਬਿਨਾਂ ਇਕੱਠੇ ਹੋਵਾਂਗੇ, ਕਦੇ ਸੋਚਿਆ ਨਹੀਂ ਸੀਗਾ। ਦੀਪ ਬਾਈ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਸੀਗੇ, ਜਾਂ ਜੋ ਵੀ ਬਿਆਨਬਾਜ਼ੀਆਂ ਹੁਣ ਤੱਕ ਹੋਈਆਂ ਨੇ, ਜਾਂ ਜੋ ਵੀ ਤਕਰਾਰ ਹੋਈ ਹੈ, ਮਾਮੂਲੀ ਜੀਆਂ ਹੁੰਦੀਆਂ ਸੀਗੀਆਂ ਔਰ ਵਿਚਾਰਕ ਮਤਭੇਦ ਹੁੰਦੇ ਸੀ ਕਿਸੇ ਦੇ ਨਾਲ, ਤਾਂ ਪਰਿਵਾਰ ਟੋਕਿਆ ਕਰਦਾ ਸੀ, ਰੋਕਿਆ ਕਰਦਾ ਸੀ ਉਹਨਾਂ ਨੂੰ, ਕਿਉਂਕਿ ਹੈ ਤਾਂ ਪੁੱਤਰ ਹੀ ਨਾ ਇੱਕ ਮਾਂ ਦਾ। ਦੇਖੋ ਜੀ, ਜੋ ਬਾਈ ਦੀ ਸੋਚ ਸੀ, ਠੀਕ ਹੈ, ਉਹ ਆਪਣੀ ਸੋਚ 'ਤੇ ਅੜੇ ਰਹੇ, ਬਿਲਕੁਲ ਸਹੀ ਸੋਚ ਸੀ। ਠੀਕ ਹੈ, ਜਿਵੇਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਕਿ ਕੋਈ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੁੰਦਾ ਸੀ, ਕੁਝ ਨਹੀਂ ਸਹਿਮਤ ਹੁੰਦਾ ਸੀ, ਉਹ ਆਪਣੀ ਆਪਣੀ ਰਾਏ ਸੀ। ਬਟ ਜਿੱਥੋਂ ਤੱਕ ਪਰਿਵਾਰ ਦੀ ਗੱਲ ਹੈ, ਪਰਿਵਾਰ ਨੇ ਹਮੇਸ਼ਾ ਬਾਈ ਦਾ ਸਾਥ ਦਿੱਤਾ ਸੀ ਤੇ ਡਟ ਕੇ ਚੱਟਾਨ ਵਾਂਗ ਖੜਾ ਰਿਹਾ ਪਰਿਵਾਰ। ਇਸੇ ਕਰਕੇ ਬਾਈ ਨੂੰ ਖੁਦ ਨੂੰ ਵੀ ਇਹ ਗੱਲ ਦਾ ਬੜਾ ਹੌਸਲਾ ਸੀ। ਇਸੇ ਕਰਕੇ ਹੀ ਬਾਈ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਦਾ ਪਰਿਵਾਰ ਅਤੇ ਰਿਸ਼ਤੇਦਾਰ ਸਦਾ ਉਹਨਾਂ ਦੇ ਨਾਲ ਖੜਨਗੇ। ਦਿੱਲੀ ਕਿਸੇ ਨਿੱਜੀ ਕੰਮ ਦੇ ਨਾਲ ਗਏ ਸੀ? ਦੇਖੋ ਜੀ, ਦਿੱਲੀ ਉਹਨਾਂ ਦਾ ਆਉਣਾ ਜਾਣਾ ਕਾਫੀ ਰਹਿੰਦਾ ਸੀਗਾ, ਕਿਸੇ ਕੰਮ ਕਰਕੇ ਵੀ ਤੇ ਆਪਣੇ ਕੇਸਿਸ ਦੇ ਰਿਗਾਰਡਿੰਗ ਵੀ। ਐਂਡ ਜਦ ਤੱਕ ਮੈਨੂੰ ਪਤਾ ਹੈ ਉਹਨਾਂ ਦੀ ਕੁਝ ਤਰੀਕ ਦੇ ਰਿਗਾਰਡਿੰਗ ਵੀ ਉਹ ਦਿੱਲੀ ਵਿੱਚ ਵਿਖੇ ਸੀਗੇ, ਗੱਲਬਾਤ ਮੁਲਾਕਾਤ ਕਰਨ ਦੇ ਰਿਗਾਰਡਿੰਗ ਸੀਗੇ। ਸੋ ਜ਼ਿਆਦਾਤਰ ਉਹ ਦਿੱਲੀ ਜਾਂਦੇ ਰਹਿੰਦੇ ਸਨ। ਔਰ ਇੱਥੇ ਘਰ ਆਉਣਾ ਜਾਣਾ ਕਿੰਨੀ ਕੁ ਵਾਰ? ਕਿ ਉਹ ਅੱਡ ਰਹਿੰਦੇ ਸਨ ਜਾਂ ਕਿੱਥੇ? ਨਹੀਂ, ਇੱਥੇ ਹੀ ਰਹਿੰਦੇ ਸਨ। ਉਹਨਾਂ ਦਾ ਜਨਮ ਜ਼ਰੂਰ ਮੇਰੇ ਹਿਸਾਬ ਨਾਲ ਪਿੰਡ ਹੋਇਆ ਸੀ, ਬਟ ਉਹ ਇੱਥੇ ਹੀ ਜ਼ਿਆਦਾ ਰਹੇ ਨੇ। ਤੇ ਜਦੋਂ ਵੀ ਉਹ ਪੰਜਾਬ ਹੁੰਦੇ ਸੀ ਤਾਂ ਇੱਥੇ ਹੀ ਸਟੇ ਕਰਦੇ ਹੁੰਦੇ ਸੀ ਆਪਣੀ ਮਾਂ ਦੇ ਕੋਲ। ਔਰ ਮਨਦੀਪ ਸਿੱਧੂ ਵੀ ਇੱਥੇ ਰਹਿੰਦੇ? ਹਾਂਜੀ, ਮਨਦੀਪ ਸਿੱਧੂ ਵੀ, ਉਹਨਾਂ ਦੇ ਛੋਟੇ ਬ੍ਰਦਰ, ਇੱਕ ਉਹਨਾਂ ਦਾ ਬ੍ਰਦਰ ਕੈਨੇਡਾ ਵਿੱਚ ਹੈ, ਉਹ ਹੁਣ ਵੀ ਕੈਨੇਡਾ ਹੈ। ਤੇ ਸਾਰਾ ਸੂਚਿਤ ਕਰ ਦਿੱਤਾ? ਹਾਂਜੀ, ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਸਾਰਾ ਪਰਿਵਾਰ ਇੱਕ ਜੁਆਇੰਟ ਫੈਮਿਲੀ ਦੇ ਵਾਂਗ ਇੱਥੇ ਹੀ ਰਹਿੰਦਾ ਸੀ। ਔਰ ਮਾਂ ਨੂੰ ਕਿਹਨੇ ਦੱਸਿਆ ਕਿ ਪੁੱਤਰ ਨਹੀਂ ਰਿਹਾ ਇਸ ਦੁਨੀਆ ਦੇ ਵਿੱਚ? ਕਿਵੇਂ ਦੱਸਿਆ?
ਦੇਖੋ ਜੀ, ਜਦੋਂ ਰਾਤੀ ਸਾਨੂੰ ਘਟਨਾ ਸਭ ਤੋਂ ਪਹਿਲਾਂ ਪਤਾ ਲੱਗੀ ਤਾਂ ਅਸੀਂ ਦੀਪ ਦੇ ਜੋ ਵੱਡੇ ਮਾਸੀ ਜੀ, ਸਭ ਤੋਂ ਪਹਿਲਾਂ ਉਹਨਾਂ ਨੂੰ ਕਾਲ ਕੀਤੀ। ਉਹਨਾਂ ਨੂੰ ਵੀ ਇਸ ਗੱਲ ਬਾਰੇ ਨਹੀਂ ਪਤਾ ਸੀਗਾ ਹਾਲੇ। ਸੋ ਉਹ ਇੱਥੇ ਆਏ ਰਾਤੀ ਅਰਾਊਂਡ 10 ਵਜੇ ਦੇ ਕਰੀਬ, ਤਾਂ ਘਰ ਦੱਸਿਆ ਗਿਆ। ਠੀਕ ਨੇ ਉਹਨਾਂ ਵੈਸੇ ਤਾਂ ਇਸ ਮਾਹੌਲ ਦੇ ਵਿੱਚ ਕਿਤੇ ਠੀਕ ਹੁੰਦੀ ਹੈ ਮਾਂ ਜਵਾਨ ਪੁੱਤ ਦੀ ਅਰਥੀ ਨੂੰ ਦੇਖਣਾ ਔਰ ਐਡਾ ਵੱਡਾ ਜੋ ਟ੍ਰੈਜੇਡੀ ਹੋਈ ਹੈ ਉਸ ਨੂੰ ਸਹਾਰਨਾ। ਦੇਖੋ ਜੀ, ਸਭ ਤੋਂ ਵੱਡਾ ਦੁਨੀਆ ਦਾ ਦੁੱਖ ਹੁੰਦਾ ਜਵਾਨ ਪੁੱਤ ਦਾ ਮਰਨਾ। ਸਾਨੂੰ ਪਤਾ ਹੈ ਜੀ, ਮੇਰੇ ਮਾਤਾ ਜੀ ਨੂੰ ਪਤਾ ਹੈ ਵੀ ਕਿਵੇਂ ਔਖੀ ਤਰ੍ਹਾਂ ਹੋ ਕੇ ਇਸ ਪੁੱਤਰ ਨੂੰ ਪਾਲਿਆ ਸੀ। ਸੋ ਇੱਕ ਸਭ ਤੋਂ ਦੁਨੀਆ ਦਾ ਵੱਡਾ ਦੁੱਖ ਹੀ ਹੈ ਜਵਾਨ ਪੁੱਤ ਦਾ ਤੁਰਨਾ। ਸੋ ਉਹ ਜੋ ਧੱਕਾ ਲੱਗਿਆ ਹੈ, ਮੇਰੇ ਹਿਸਾਬ ਨਾਲ ਜ਼ਿੰਦਗੀ ਦੀ ਜਿਹੜੀ ਸਾਡੀ ਸਾਰੀਆਂ ਖੁਸ਼ੀਆਂ ਕੱਲ੍ਹ ਖਤਮ ਹੋ ਚੁੱਕੀਆਂ। ਸੋ ਮਨਦੀਪ ਸਿੱਧੂ ਇਸ ਵੇਲੇ ਦਿੱਲੀ ਨੇ। ਹਾਂਜੀ, ਮਨਦੀਪ ਸਿੱਧੂ ਤੇ ਦੀਪ ਬਾਈ ਦੇ ਸਾਡੀ ਵੱਡੀ ਮਾਸੀ ਜੀ ਦੀ ਬੇਟੀ ਗੁਰਸਿਮਰਨ ਗਿੱਲ, ਉਹ ਰਾਤ ਹੀ ਦਿੱਲੀ ਪਹੁੰਚ ਚੁੱਕੇ ਸਨ। ਤੇ ਜੋ ਹੁਣ ਤੱਕ ਖਬਰ ਆਈ ਹੈ ਵੀ ਉਹਨਾਂ ਦਾ ਪੋਸਟਮਾਰਟਮ ਹੋ ਚੁੱਕਿਆ ਹੈ ਤੇ ਕੁਝ ਹੀ ਸਮੇਂ ਵਿੱਚ ਉੱਥੋਂ ਇੱਥੇ ਲੁਧਿਆਣਾ ਲਈ ਰਵਾਨਾ ਹੋ ਜਾਣਗੇ। ਔਰ ਸੰਸਕਾਰ ਇੱਥੇ ਹੀ ਹੋਏਗਾ ਜਾਂ ਜੱਦੀ ਪਿੰਡ ਦੇ ਵਿੱਚ? ਦੇਖੋ ਜੀ, ਹੁਣ ਤੱਕ ਤਾਂ ਜੋ ਅਸੀਂ ਪਤਾ ਲੱਗਿਆ ਵੀ ਸੰਸਕਾਰ ਇੱਥੇ ਤਰੀਕੇ ਵਿਖੇ ਹੀ ਹੋਣਾ ਹੈ। ਜੇ ਕੋਈ ਇਹੋ ਜਿਹਾ ਅਜੇ ਡਿਸਕਸ ਕਰ ਰਿਹਾ ਹੈ ਪਰਿਵਾਰ, ਦੀਪ ਸਿੱਧੂ ਦੇ ਚਾਚਾ ਜੀ ਨਾਲ ਡਿਸਕਸ਼ਨ ਹੋ ਰਹੀ ਹੈ, ਹੋ ਰਹੀ ਹੈ, ਤੇ ਜਿਵੇਂ ਵੀ ਜੇ ਕੋਈ ਚੇਂਜ ਆਉਂਦਾ ਹੈ ਤਾਂ ਦੱਸ ਦਿੱਤਾ ਜਾਵੇਗਾ। ਫਿਲਹਾਲ ਹੁਣ ਤੱਕ ਜੋ ਸਾਨੂੰ ਦੱਸਿਆ ਗਿਆ ਹੈ ਵੀ ਤਰੀਕੇ ਵਿਖੇ ਸੰਸਕਾਰ ਹੋਵੇਗਾ। ਜਦੋਂ ਕੋਈ ਜਵਾਨ ਚਲਾ ਜਾਂਦਾ, ਜਵਾਨ ਪੁੱਤ ਪਰਿਵਾਰ ਦਾ ਜਵਾਨ ਜੀ ਚਲਾ ਜਾਂਦਾ ਤਾਂ ਉਸ ਦੀਆਂ ਚੰਗਿਆਈਆਂ ਬਾਰ-ਬਾਰ ਜ਼ਿਹਨ ਦੇ ਵਿੱਚ ਆਉਂਦੀਆਂ ਨੇ। ਤੁਸੀਂ ਭਰਾ ਹੋ ਉਹਨਾਂ ਦੇ ਫਸਟ ਕਜ਼ਨ ਹੋ, ਯਾਦਾਂ ਬਾਰ-ਬਾਰ ਤਾਜ਼ਾ ਹੋ ਰਹੀਆਂ ਨੇ। ਯਾਦਾਂ ਦੇਖੋ ਜੀ, ਮੈਨੂੰ ਬਾਈ ਜਦੋਂ ਜੇਲ੍ਹ ਵਿੱਚੋਂ ਬਾਹਰ ਆਏ ਸੀ, ਠੀਕ ਹੈ, ਪੂਰੇ ਮੈਂ ਕਹਿੰਦਾ ਪੰਜਾਬ ਨੇ ਜਸ਼ਨ ਮਨਾਇਆ ਸੀ। ਇੱਕ ਰੋਲ ਮਾਡਲ ਸੀਗੇ, ਠੀਕ ਹੈ, ਸਾਡੇ ਧਰਮ ਲਈ, ਨੌਜਵਾਨਾਂ ਲਈ, ਸਭ ਲਈ ਉਹ ਰੋਲ ਮਾਡਲ ਸਨ। ਤੇ ਅਸੀਂ ਜਦੋਂ ਕਿਸਾਨ ਮੋਰਚੇ ਦਾ ਜੋ ਉਹਨਾਂ ਦਾ ਯੋਗਦਾਨ ਹੈ ਉਹ ਲੋਕ ਜਾਣਦੇ ਨਹੀਂ। ਇਸੇ ਕਰਕੇ ਪਿੱਛੇ ਮਈ ਜੂਨ ਮਹੀਨੇ ਤੱਕ ਕੋਵਿਡ ਦੇ ਜਦੋਂ ਕੇਸ ਘੱਟ ਸਨ, ਸਾਨੂੰ ਲੋਕਾਂ ਵੱਲੋਂ ਇੰਨਾ ਪਿਆਰ ਮਿਲਿਆ, ਲੋਕਾਂ ਨੂੰ ਘਰ ਬੁਲਾਉਂਦੇ, ਸਤਿਕਾਰ ਕਰਦੇ। ਤੇ ਉਸ ਵਕਤ ਮੇਰੀ ਉਹਨਾਂ ਨਾਲ ਆਖਰੀ ਮੁਲਾਕਾਤ ਹੀ ਉਸ ਵਕਤ ਮਈ ਮਹੀਨੇ ਵਿੱਚ ਹੋਈ ਸੀ। ਅਸੀਂ ਕੋਟਕਪੂਰਾ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਾਨੂੰ ਲੋਕਾਂ ਵੱਲੋਂ ਜੋ ਪਿਆਰ ਮਿਲਿਆ ਹੈ, ਅਸੀਂ ਉਹ ਪਿਆਰ ਨੂੰ ਸਵੀਕਾਰ ਕਰਨ ਗਏ ਸਨ। ਯਾਦਾਂ ਤਾਂ ਦੇਖੋ ਜੀ ਆਉਂਦੇ, ਮੇਥੋਂ ਤਾਂ ਏਜ ਮੇਥੋਂ ਤਾਂ ਬਹੁਤ ਵੱਡੇ ਸੀ, ਕਾਫੀ ਸਾਡੇ ਡਿਫਰੈਂਸ ਸੀ, ਬਟ ਫਿਰ ਵੀ ਬਈ ਭਾਈਆਂ ਵਾਂਗ ਰਹਿੰਦੇ ਸਨ, ਭਾਈ ਸੀਗੇ, ਠੀਕ ਹੈ। ਮੇਰੇ ਮਦਰ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਅਟੈਚਮੈਂਟ ਸੀਗੀ। ਨਾਨਕੇ ਆਉਂਦੇ ਹੁੰਦੇ ਸੀਗੇ, ਉੱਥੇ ਹੀ ਰਹਿੰਦੇ ਸੀ। ਨਾਨਕੇ ਵੀ ਆ ਕੇ ਗਏ ਨੇ, ਰਾਜਗੜ੍ਹ ਕੁੱਬੇ, ਜ਼ਿਲ੍ਹਾ ਬਠਿੰਡਾ। ਤੇ ਅੱਜ ਵੀ ਉਹਨਾਂ ਨੂੰ ਪੁਰਾਣੀਆਂ ਗੱਲਾਂ ਸਭ ਯਾਦ ਨੇ। ਰਾਤ ਨੂੰ ਆਏ ਸੀ, ਫਿਰ ਵੀ ਉਹਨਾਂ ਨੇ ਸਾਰੇ ਪਿੰਡ ਦਾ ਚੱਕਰ ਮਾਰਿਆ ਸੀ, ਪੁਰਾਣੀਆਂ ਯਾਦਾਂ ਆਪਣੀਆਂ ਤਾਜ਼ੀਆਂ ਕੀਤੀਆਂ ਸੀ। ਕੁਝ ਪਰਿਵਾਰ ਨਾਲੋਂ ਸਭ ਤੋਂ ਵੱਖਰਾ ਸੀ ਕਹਿੰਦੇ ਦੀਪ ਸਿੱਧੂ। ਕਿਵੇਂ ਜੀ? ਸਾਰੀ ਫੈਮਿਲੀ ਦੇ ਵਿੱਚ ਇੱਕ ਵੱਖਰੀ ਪਰਸਨੈਲਿਟੀ। ਦੇਖੋ ਜੀ, ਉਹ ਆਪਣੇ ਫਾਦਰ ਸਾਹਿਬ ਨੂੰ ਆਪਣਾ ਆਈਡੀਅਲ ਮੰਨਦੇ ਸਨ ਤੇ ਉਹਨਾਂ ਜਿੰਨੇ ਮਤਲਬ ਆਪਣੇ ਪਿਤਾ ਜੀ ਨੂੰ ਹਮੇਸ਼ਾ ਉਹਨਾਂ ਨੇ ਰੱਬ ਹੀ ਮੰਨਿਆ ਹੈ ਤੇ ਉਹ ਆਪਣੇ ਪਿਤਾ ਜੀ ਦੇ ਹੀ ਨਕਸ਼ੇ ਕਦਮਾਂ 'ਤੇ ਚੱਲਦੇ ਸਨ। ਉਹਨਾਂ ਕਰਕੇ ਹੀ ਉਹ ਵੀ, ਕਿਉਂਕਿ ਉਹ ਵੀ ਇੱਕ ਪੇਸ਼ੇ ਤੋਂ ਵਕੀਲ ਸਨ, ਬਹੁਤ ਕਾਮਯਾਬ ਵਕੀਲ ਸਨ। ਤੇ ਇਸੇ ਕਰਕੇ ਤਿੰਨਾਂ ਭਾਈਆਂ ਨੇ ਆਪਣੇ ਪਿਤਾ ਨੂੰ ਰੋਲ ਮਾਡਲ ਮੰਨਦਿਆਂ ਵਕਾਲਤ ਹੀ ਸ਼ੁਰੂ ਕੀਤੀ ਸੀ ਤੇ ਤਿੰਨੇ ਭਾਈ ਵਧੀਆ ਵਕਾਲਤ ਕਰ ਰਹੇ ਸਨ। ਅਦਾਕਾਰੀ ਦੇ ਵਿੱਚ ਵੀ ਲੋਹਾ ਮਨਵਾ ਚੁੱਕੇ। ਹਾਂਜੀ, ਅਦਾਕਾਰੀ ਦੇ ਵਿੱਚ ਵੀ ਲੋਹਾ ਆਪਣਾ ਮਨਵਾ ਚੁੱਕੇ ਹਨ। ਉਹ ਕਿਉਂਕਿ ਉਹਨਾਂ ਨੇ ਆਪਣੀ ਸ਼ੁਰੂਆਤ ਹੀ ਕੈਰੀਅਰ ਦੀ ਬਾਲੀਵੁੱਡ ਦੀ ਇੱਕ ਫੇਮਸ ਐਕਟਰੈਸ ਦੇ ਲੀਗਲ ਐਡਵਾਈਜ਼ਰ ਵਜੋਂ ਕੀਤੀ ਸੀ ਤੇ ਉਹਨਾਂ ਦੀ ਜੋ ਲੀਗਲ ਫਰਮ ਹੈ ਉਹ ਵੀ ਕੇਸਿਸ ਵਗੈਰਾ ਹੈਂਡਲ ਕਰਦੇ, ਉਹਨਾਂ ਦੀ ਇੱਕ ਲੀਗਲ ਫਰਮ ਵੀ ਬਣੀ ਹੋਈ ਹੈ। ਉਸ ਤੋਂ ਬਾਅਦ ਦਿਓਲ ਪਰਿਵਾਰ ਨਾਲ ਕਾਫੀ ਨਜ਼ਦੀਕੀਆਂ ਸਨ ਤੇ ਦਿਓਲ ਪਰਿਵਾਰ ਹੀ ਉਹਨਾਂ ਨੂੰ ਐਕਟਿੰਗ ਦੇ ਵਿੱਚ ਲੈ ਕੇ ਆਇਆ ਸੀ। ਔਰ ਉਸ ਤੋਂ ਬਾਅਦ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਸਮਾਜਿਕ ਕਾਰਕੁਨ ਦੇ ਵਜੋਂ ਜਦੋਂ ਸਾਹਮਣੇ ਹੈ, ਪਰਿਵਾਰ ਸੰਤੁਸ਼ਟ ਸੀਗਾ ਦੀਪ ਸਿੱਧੂ ਕਿ ਕੋਈ ਸਲਾਹ ਕਰੋ ਜਾਂਦੀ ਹੁੰਦੀ ਸੀ? ਤੁਹਾਡੀ ਕਦੇ ਇਸ ਦੌਰਾਨ ਗੱਲ ਹੋਈ ਉਹਨਾਂ ਨਾਲ ਨਿੱਜੀ ਤੌਰ ਤੇ? ਦੇਖੋ ਜੀ, ਪਰਿਵਾਰ, ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਪਰਿਵਾਰ ਹਮੇਸ਼ਾ ਉਹਦੇ ਨਾਲ ਡਟ ਕੇ ਖੜਾ ਸੀਗਾ, ਠੀਕ ਹੈ। ਇਸੇ ਕਰਕੇ ਬਹੁਤ ਸਟਰੋਂਗ ਸੀ। ਬਿਲਕੁਲ, ਇਸੇ ਕਰਕੇ ਬਹੁਤ ਸਟਰੋਂਗ ਸੀ। ਜਿੰਨੇ ਕੁ ਉਸ ਸ਼ਖਸ ਨੇ ਤਸੀਹੇ ਝੱਲੇ, ਜੇਲ੍ਹ 'ਚ ਰਹਿ ਕੇ ਆਇਆ, ਕਈ ਮਹੀਨੇ ਜੇਲ੍ਹ 'ਚ ਰਿਹਾ, ਠੀਕ ਹੈ। ਸਾਨੂੰ ਪਤਾ ਹੈ ਜੀ ਕਿਵੇਂ ਉਹ ਦੁੱਖ ਝੱਲਿਆ ਸੀਗਾ। ਮਨਦੀਪ ਬਾਈ, ਗੁਰਸਿਮਰਨ ਬਾਈ ਉੱਥੇ ਜੇਲ੍ਹ ਜਾਂਦੇ, ਠੀਕ ਹੈ, ਔਖੀਆਂ ਮੁਲਾਕਾਤਾਂ ਕਰਨੀਆਂ ਹੁੰਦੀਆਂ ਸੀ, ਠੀਕ ਹੈ, ਬਹੁਤ ਟੌਰਚਰ ਕੀਤਾ ਗਿਆ। ਸਾਨੂੰ ਪਤਾ ਜੀ ਕਿਵੇਂ ਦੁੱਖ ਝੱਲੇ, ਬਟ ਫਿਰ ਵੀ ਉਹ ਆਪਣੇ ਸਟੈਂਡ 'ਤੇ ਕਾਇਮ ਰਹੇ। ਜੇਲ੍ਹੋਂ ਬਾਹਰ ਆਏ, ਡਟ ਕੇ ਉਹਨਾਂ ਨੇ ਕਿਹਾ ਵੀ ਮੈਂ ਜੋ ਪਹਿਲਾਂ ਕਹੀ ਸੀ ਗੱਲ, ਹੁਣ ਵੀ ਮੈਂ ਉਸੇ ਗੱਲ 'ਤੇ ਹੀ ਕਾਇਮ ਹਾਂ। ਤੇ ਉਹ ਆਪਣੀ ਜਗ੍ਹਾ, ਸਾਨੂੰ ਹੌਸਲਾ ਸੀ, ਉਹ ਬਾਈ ਨੂੰ ਵੀ ਹੌਸਲਾ ਸੀ ਵੀ ਪਰਿਵਾਰ, ਰਿਸ਼ਤੇਦਾਰ ਸਾਰੇ ਉਹਦੇ ਨਾਲ ਡਟ ਕੇ ਖੜਿਆ। ਪਰਿਵਾਰ ਛੱਡੋ, ਸਾਰਾ ਪੰਜਾਬ ਦਾ ਬੱਚਾ ਪੂਰੀ ਦੁਨੀਆ ਲਾ ਲਓ, ਬਾਹਰੋਂ ਵੀ ਉਹਨਾਂ ਨੂੰ ਫੋਨ ਆਉਂਦੇ, ਬਾਹਰੋਂ ਲੋਕ ਸਪੈਸ਼ਲ ਆਉਂਦੇ ਉਹਨਾਂ ਨੂੰ ਮਿਲਣ ਲਈ। ਵੀ ਇੱਕ ਤਰ੍ਹਾਂ ਅੱਜ ਮੈਂ ਕਹਿੰਦਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ, ਪੂਰੇ ਦੇਸ਼ ਵਿੱਚ ਵਸਦੇ ਪੰਜਾਬੀ ਬੱਚਾ ਅੱਜ
ਉਹ ਇਹ ਦੁੱਖ ਮੰਨਣ ਨੂੰ ਤਿਆਰ ਨਹੀਂ ਹੈ। ਔਰ ਹਲੇ ਵੀ ਐਕਸੈਪਟ ਨਹੀਂ ਕਰ ਰਹੇ ਲੋਕ, ਕਹਿੰਦੇ ਨੇ ਸ਼ਾਇਦ ਇਹ ਅਫਵਾਹ ਹੋ ਸਕਦੀ ਹੈ, ਦੀਪ ਸਿੱਧੂ ਵਾਪਸ ਆ ਜਾ, ਇਹੀ ਸਟੇਟਸ ਸੀ ਕਾਫੀ ਟਾਈਮ ਤੱਕ ਤਾਂ ਜੀ ਦੇਖੋ ਵੀ ਇਹ ਨਹੀਂ ਮੰਨਿਆ ਹੁਣ, ਕੋਈ ਨਹੀਂ ਮੰਨਿਆ ਸੀ ਵੀ ਸ਼ਾਇਦ ਇਹ ਅਫਵਾਹ ਹੀ ਹੋਵੇ, ਬਟ ਜਿਵੇਂ ਕਿ ਰਿਐਲਿਟੀ ਐਕਸੈਪਟ ਕਰਨੀ ਪੈਂਦੀ ਹੈ ਜੀ, ਉਹ ਕਰਨੀ ਬਹੁਤ ਔਖੀ ਹੈ ਸਾਡੇ ਲਈ, ਬਟ ਜਿਵੇਂ ਪ੍ਰਮਾਤਮਾ ਦਾ ਹੁਕਮ ਹੈ, ਹੁਕਮ ਦਾ ਦੇਖੋ ਹੁਕਮ ਮੰਨਣਾ ਪੈਂਦਾ, ਪਾਣਾ ਤਾਂ ਮੰਨਣਾ ਪੈਂਦਾ ਹੈ। ਸੋ ਹੁਣ ਰਿਐਲਿਟੀ ਦਾ ਐਕਸੈਪਟ ਕਰਨੀ ਹੀ ਪੈਣੀ ਹੀ ਸੀ ਸਾਨੂੰ। ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਬਿਲਕੁਲ ਜੀ, ਦੇਖੋ ਉਹਨਾਂ ਦੀ ਮਾਤਾ ਜੀ ਦਾ ਭਰਾ ਦਾ ਧਿਆਨ ਰੱਖੋ। ਹਾਂਜੀ ਹਾਂਜੀ, ਦੇਖੋ ਜੀ ਸਾਡੇ ਲਈ ਸਾਰੇ ਜਿੰਨੇ ਅਸੀਂ ਰਿਸ਼ਤੇਦਾਰ ਸਾਡੇ ਲਈ ਬਹੁਤ ਦੁੱਖ ਦਾ ਟਾਈਮ ਹੈ, ਜੋ ਕਦੇ ਕਦੇ ਅਸੀਂ ਸੋਚਿਆ ਤੱਕ ਨਹੀਂ ਸੀ ਵੀ ਉਹ ਅੱਜ ਸਾਡੇ ਨਾਲ ਬਣੀ ਹੈ। ਸੋ ਸਾਡੀ ਪੂਰੀ ਕੋਸ਼ਿਸ਼ ਹੈ ਜੀ ਵੀ ਸਾਡੀ ਮਾਸੀ ਜੀ ਦੀਪ ਦੇ ਮਾਤਾ ਜੀ ਵੀ ਸਟਰੋਂਗ ਰਹਿਣ, ਠੀਕ ਹੈ, ਉਹ ਵੀ ਦੀਪ ਵੀ ਬਾਈ ਵੀ ਇਹੀ ਚਾਹੁੰਦੇ ਹੋਣ ਵੀ ਸਟਰੋਂਗ ਰਹਿਣ। ਸਦਾ ਉਹਨਾਂ ਨੇ ਆਪਣੀ ਮਾਤਾ ਨੂੰ ਬਹੁਤ ਸਭ ਤੋਂ ਜ਼ਿਆਦਾ ਪਿਆਰ ਕੀਤਾ ਹੈ ਅਤੇ ਆਪਣਾ ਸਮਾਂ ਜ਼ਿਆਦਾ ਉਹ ਇੱਥੇ ਉਹਨਾਂ ਨਾਲ ਹੀ ਬਤੀਤ ਕਰਦੇ ਸਨ। ਬਾਕੀ ਮੇਰੇ ਸਮੂਹ ਲੋਕਾਂ ਨੂੰ ਅਪੀਲ ਹੈ ਵੀ ਉਹ ਵੀ ਤਕੜੇ ਰਹਿਣ, ਜਾਂ ਪਰਮਾਤਮਾ ਦਾ ਭਾਣਾ ਤਾਂ ਮੰਨਣਾ ਹੀ ਪੈਂਦਾ ਹੈ। ਸੀਬੀਆਈ ਜਾਂਚ ਦੀ ਮੰਗ ਹੋ ਰਹੀ, ਲੋਕ ਕਰ ਰਹੇ ਨੇ, ਦੀਪ ਨੂੰ ਪਿਆਰ ਕਰਨ ਵਾਲੇ ਲੋਕ ਕਹਿ ਰਹੇ ਨੇ ਕਿ ਅਸੀਂ ਚੁੱਪ ਨਹੀਂ ਬਹਿਣਾ, ਚਾਹੇ ਕੇਂਦਰ ਨਾਲ ਲੋਹਾ ਲੈਣਾ ਪਏ। ਸਾਜ਼ਿਸ਼ ਦੱਸ ਰਿਹਾ, ਕੋਈ ਦੱਸ ਰਿਹਾ ਮਰਡਰ, ਔਰ ਕੋਈ ਸੀਬੀਆਈ ਜਾਂਚ ਦੀ ਮੰਗ। ਦੇਖੋ ਜੀ ਹੁਣ ਤੱਕ ਜੋ ਸਾਡੇ ਕੋਲ ਗੱਲ ਆਈ ਹੈ ਜੀ, ਜੋ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਗੱਲ ਦੱਸੀ ਹੈ ਉਹ ਇੱਕ ਐਕਸੀਡੈਂਟ ਵਜੋਂ ਹੀ ਦੱਸੀ ਹੈ, ਬਟ ਜੋ ਉੱਥੇ ਗਵਾਹ ਮੌਜੂਦ ਸੀਗੇ ਮੌਕੇ 'ਤੇ ਜਿਨ੍ਹਾਂ ਨੇ ਲੋਕਾਂ ਨੇ ਦੇਖਿਆ, ਉਹ ਇਹ ਗੱਲਾਂ ਮੰਨਣ ਨੂੰ ਤਿਆਰ ਨਹੀਂ। ਸੋ ਇਸ ਕਰਕੇ ਮੰਗ ਤਾਂ ਅਸੀਂ ਜ਼ਰੂਰ ਕਰਾਂਗੇ ਵੀ ਜਾਂਚ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ, ਠੀਕ ਹੈ, ਪੋਲੀਟੀਕਲੀ ਮੋਟੀਵੇਟਡ ਜਾਂਚ ਨਾ ਹੋਵੇ, ਸਹੀ ਤਰ੍ਹਾਂ ਜਾਂਚ ਹੋਵੇ, ਅਤੇ ਅਸੀਂ ਜਾਂਚ ਦੀ ਤਾਂ ਮੰਗ ਕਰਦੇ ਹਾਂ ਜੀ। ਠੀਕ ਹੈ, ਬਹੁਤ ਧੰਨਵਾਦ। ਔਰ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਔਰ ਤਸਵੀਰ ਦੇਖੋ, ਦੀਪ ਸਿੱਧੂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ, ਔਰ ਮਾਤਮ ਪਸਰਿਆ ਹੋਇਆ ਇਸ ਵੇਲੇ ਘਰ ਦੇ ਅੰਦਰ, ਔਰ ਹਰ ਇੱਕ ਦੀਆਂ ਅੱਖਾਂ ਨਮ ਨੇ। ਔਰ ਭਰ ਜਵਾਨੀ ਦੇ ਵਿੱਚ ਜਦੋਂ ਕੋਈ ਜੋਬਨ ਰੁੱਤੇ ਤੁਰ ਜਾਂਦਾ ਹੈ, ਸਭ ਕੁਝ ਭਰਿਆ ਭਰਾਇਆ ਛੱਡ ਕੇ, ਔਰ ਕਿੰਨਾ ਔਖਾ ਹੁੰਦਾ ਹੈ ਇਸ ਭਾਣੇ ਨੂੰ ਮੰਨਣਾ, ਕਿੰਨਾ ਔਖਾ ਹੁੰਦਾ ਹੈ ਇਸ ਕੌੜੇ ਸੱਚ ਨੂੰ ਐਕਸੈਪਟ ਕਰਨਾ। ਹਾਲਾਂਕਿ ਜ਼ਿੰਦਗੀ ਇੱਕ ਝੂਠ ਹੈ ਔਰ ਮੌਤ ਇੱਕ ਸੱਚ ਹੈ, ਅਸੀਂ ਸਭ ਜਾਣਦੇ ਹਾਂ, ਪਰ ਇਸ ਤਰ੍ਹਾਂ ਦੀ ਮੌਤ ਹਜ਼ਮ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਔਰ ਘਰ ਦੇ ਬਾਹਰ ਜਮਾਵੜਾ ਲੱਗਿਆ ਹੋਇਆ ਹੈ, ਘਰ ਦੇ ਅੰਦਰ ਰਿਸ਼ਤੇਦਾਰ, ਔਰ ਕੈਨੇਡਾ ਸਥਿਤ ਦੀਪ ਸਿੱਧੂ ਦੇ ਭਰਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਔਰ ਮਨਦੀਪ ਸਿੱਧੂ ਜੋ ਕਿ ਇੱਥੇ ਇਸੇ ਘਰ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੇ ਸਨ, ਔਰ ਦੀਪ ਸਿੱਧੂ ਵੀ ਇਸੇ ਘਰ ਦੇ ਵਿੱਚ ਰਹਿੰਦੇ ਸਨ। ਮਨਦੀਪ ਸਿੱਧੂ ਇਸ ਵੇਲੇ ਦਿੱਲੀ ਗਏ ਨੇ। ਦੀਪ ਸਿੱਧੂ ਦਾ ਪੋਸਟਮਾਰਟਮ ਔਰ ਉਸ ਤੋਂ ਬਾਅਦ ਸੰਸਕਾਰ ਹੋਣਾ ਹੈ, ਔਰ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਸੰਸਕਾਰ ਥਰੀਕੇ ਪਿੰਡ ਦੇ ਵਿੱਚ ਹੀ ਹੋਣਾ। ਤਾਂ ਤਸਵੀਰਾਂ ਦੀਪ ਸਿੱਧੂ ਦੇ ਘਰ ਦੀਆਂ, ਔਰ ਅਰਦਾਸ ਜ਼ਰੂਰ ਕਰੋ। ਅਸੀਂ ਜਾਵਾਂਗੇ ਪੂਰਾ ਪੰਜਾਬ, ਪੂਰੀ ਦੁਨੀਆ ਦੇ ਵਿੱਚ ਵਸਦੇ ਲੋਕ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਦੀਪ ਸਿੱਧੂ ਦੇ ਲਈ, ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਨ, ਔਰ ਅਰਦਾਸ ਕਰਨ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ। ਕੈਮਰਾਮੈਨ ਰਾਜਵਿੰਦਰ ਸਿੰਘ ਟੋਨੀ ਅਤੇ ਮੈਂ ਸੁਮਨ ਜੇਟਲੀ। ਹਾਲਾਂਕਿ ਅਸੀਂ ਬਹੁਤ ਹੀ ਭਰੇ ਮਨ ਦੇ ਨਾਲ ਜੋ ਸਭ ਦੇਖ ਰਹੇ ਹਾਂ, ਅਸੀਂ ਤੁਹਾਡੇ ਤੱਕ ਵੀ ਪਹੁੰਚਾਣੀ ਹੈ ਸਾਰੀ ਜਾਣਕਾਰੀ, ਪਰ ਇਹ ਹਾਲਾਤ ਜਿਹੜੇ ਨੇ, ਹਰ ਕੋਈ ਜਜ਼ਬਾਤੀ ਹੈ ਇਸ ਵੇਲੇ। ਔਰ ਦੀਪ ਸਿੱਧੂ, ਬਹੁਤ ਲੋਕ ਕਹਿ ਰਹੇ ਨੇ ਕਿ ਕੌਮ ਨੇ ਇੱਕ ਹੀਰਾ ਗਵਾ ਲਿਆ ਹੈ। ਜਿਉਂਦੇ ਜੀ ਦੀਪ ਸਿੱਧੂ ਪੰਜਾਬ ਨੂੰ ਜਗਾਉਂਦਾ ਰਿਹਾ, ਤੇ ਅੱਜ ਜਦੋਂ ਆਪ ਸੌਂ ਗਿਆ ਤਾਂ ਸਾਰੇ ਪੰਜਾਬ ਦੀ, ਦੁਨੀਆ ਦੇ ਵਿੱਚ ਵਸਦੇ ਦੀਪ ਦੇ ਚਾਹਣ ਵਾਲਿਆਂ ਦੀ ਨੀਂਦਾਂ ਉਡਾ ਗਿਆ।